इंडिया वॉइस, आपकी सोच, आपकी आवाज। अब रुक करते हैं पंजाब की ओर। मुख्यमंत्री भगवंत मान की अध्यक्षता में हुई पंजाब मंत्रिमंडल की बैठक में कई अहम फैसले लिए गए हैं। बैठक के बाद वित्त मंत्री हरपाल सिंह चीमा ने बताया कि कैबिनेट ने प्रशासनिक सुधार, कृषि, स्वास्थ्य और युवाओं से जुड़े ऐतिहासिक फैसलों को मंजूरी दी है। सार्वजनिक संस्थानों के लिए भूमि आवंटन का फैसला अब जिला स्तर पर डीसी की अध्यक्षता वाली समिति करेगी। इसके अलावा भगवान राम के जीवन पर आधारित हमारे राम शो पंजाब के 40 शहरों में आयोजित होगा। ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ, ਪੰਜਾਬ ਦੀ ਪ੍ਰੋਗਰੈਸ ਨੂੰ ਲੈ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਹੋਈ, ਜਿਹਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਜਿਹੜੇ ਨੇਗੇ ਉਹ ਪੰਜਾਬ ਦੇ ਵੱਖ-ਵੱਖ ਡਿਪਾਰਟਮੈਂਟਾਂ 'ਚ ਲੈ ਗਏ। ਜਿਹਦੇ ਵਿੱਚ ਸਭ ਤੋਂ ਪਹਿਲਾਂ ਦਾ ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਮਿਊਨਿਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਅਸੀਂ ਜਿਹੜੀਆਂ ਸ਼ਹਿਰੀ ਜ਼ਮੀਨਾਂ ਸੀ, ਮਿਊਨਿਸਪਲ ਕਮੇਟੀ ਦੀਆਂ ਜ਼ਮੀਨਾਂ, ਉਹ ਜ਼ਮੀਨਾਂ ਜਦੋਂ ਡਿਪਾਰਟਮੈਂਟਾਂ ਦੇ ਅੰਦਰ ਤਬਦੀਲ ਹੁੰਦੀਆਂ ਸੀ, ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਜਾਂਦੀਆਂ ਸੀ। ਮੰਨ ਲਓ ਉਹਨਾਂ ਨੇ ਕੋਈ ਜਗ੍ਹਾ ਮਿਊਨਿਸਪਲ ਕਮੇਟੀ ਦੀ ਖਾਲੀ ਪਈ ਆ, ਉਹ ਕਿਸੇ ਕਾਲਜ ਨੂੰ ਦੇਣੀ ਆ ਜਾਂ ਕਿਸੇ ਸੰਸਥਾ ਨੂੰ ਦੇਣੀ ਆ, ਤਾਂ ਉਦੋਂ ਡਿਫਰੈਂਟ ਜਿਹੜੇ ਡਿਪਾਰਟਮੈਂਟਾਂ 'ਚ ਅੜਿੱਕੇ ਬਣਦੇ ਸੀਗੇ ਔਰ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੇਸ਼ਨਸ ਆਉਂਦੀਆਂ ਸੀ। ਉਹਦੇ ਅੰਦਰ ਵੱਡੀ ਸੋਧ ਕੀਤੀ ਗਈ ਆ। ਅਸੀਂ ਇਹ ਸਾਰੇ ਅਧਿਕਾਰ ਜਿਹੜੇ ਨੇਗੇ ਉਹ ਮਾਨਯੋਗ ਡਿਪਟੀ ਕਮਿਸ਼ਨ ਦੀ ਅਗਵਾਈ ਵਾਲੀ ਕਮੇਟੀ ਨੂੰ ਦਿੱਤੇ ਨੇਗੇ। ਅਸੀਂ ਬੜਾ ਸਿੰਪਲੀਫਾਈ ਕੀਤਾ ਗਾ ਇਸ ਨੂੰ ਕਿ ਜਦੋਂ ਵੀ ਕੋਈ ਜ਼ਮੀਨ ਜਿਹੜੀ ਆ ਪੰਜਾਬ ਮੈਨੇਜਮੈਂਟ ਆਫ ਟਰਾਂਸਫਰ ਆਫ ਮਿਊਨਿਸਪਲ ਐਕਟ 2020 ਦੀ ਧਾਰਾ 4 ਦੇ ਅਧੀਨ ਜਦੋਂ ਉਹ ਕਿਸੇ ਵੀ ਜਨਤਕ ਖੇਤਰ ਨੂੰ ਦੇਣੀ ਆ, ਜਨਤਕ ਅਦਾਰੇ ਨੂੰ ਦੇਣੀ ਆ, ਯਾਨੀ ਕਿ ਵਿਦਿਨ ਡਿਪਾਰਟਮੈਂਟ ਦੇਣੀ ਆ, ਦੂਸਰੇ ਡਿਪਾਰਟਮੈਂਟ ਨੂੰ ਦੇਣੀ ਆ, ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੂੰ ਦੇਣੀ ਆ ਜਾਂ ਜਨਤਕ ਪਰਪਸ ਲਈ ਦੇਣੀ ਆ, ਤਾਂ ਡਿਪਟੀ ਕਮਿਸ਼ਨਰ ਸਾਹਿਬਾਨ ਦੀ ਅਗਵਾਈ ਦੇ ਵਿੱਚ ਜਿਹੜੀ ਆ ਇੱਕ ਕਮੇਟੀ ਗਠਿਤ ਹੋਊਗੀ, ਜਿਹਦੇ ਵਿੱਚ ਬਹੁਤ ਸਾਰੇ ਨੁਮਾਇੰਦੇ ਹੋਣਗੇ। ਉਹ ਸਾਰੇ ਨਿਰਧਾਰਿਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਲੀਜ਼ ਹੋਣੀ ਆ ਜਾਂ ਉਹਦੀ ਵਿਕਰੀ ਕਰਨੀ ਆ ਜਾਂ ਨਿਲਾਮੀ ਕਰਨੀ ਆ ਜਾਂ ਕਿਸ ਰੇਟ ਤੇ ਦੇਣੀ ਆ, ਤਾਂ ਕਿ ਜਿਹੜਾ ਉਹ ਜਲਦ ਕੰਮ ਹੋ ਜੇ। ਨਹੀਂ, ਉਹ ਸਾਰੀਆਂ ਜਿਹੜੀਆਂ ਜ਼ਮੀਨਾਂ ਜਦੋਂ ਕਿਸੇ ਡਿਪਾਰਟਮੈਂਟ ਨੂੰ ਜਾਂਦੀਆਂ ਸੀ ਤਾਂ ਮਹੀਨਿਆਂ ਬੱਧੀ ਉਹ ਡਿਫਰੈਂਟ ਡਿਪਾਰਟਮੈਂਟ 'ਚ ਘੁੰਮਦੀਆਂ ਰਹਿੰਦੀਆਂ ਸੀਗੀਆਂ ਔਰ ਉਹਦੇ ਨਾਲ ਡਿਵੈਲਪਮੈਂਟ ਦੇ ਕੰਮ 'ਚ ਬਹੁਤ ਵੱਡਾ ਅੜਿੱਕਾ ਆਉਂਦਾ ਸੀਗਾ। ਮੇਰੇ ਯਾਦ ਆ, ਮੈਂ ਆਪਣਾ ਇੱਕ ਡਿਪਾਰਟਮੈਂਟ ਦੀ ਪੁਲਿਸ ਡਿਪਾਰਟਮੈਂਟ ਨੂੰ ਟਰਾਂਸਫਰ ਕਰਨੀ ਸੀ ਇੰਗਲੈਂਡ, ਤਾਂ ਘੱਟੋ ਘੱਟ 7-8 ਡਿਪਾਰਟਮੈਂਟਾਂ ਦੇ ਅੰਦਰ ਘੁੰਮਣ ਤੋਂ ਬਾਅਦ ਫਿਰ ਜਾ ਕੇ ਆਫਟਰ 6 ਮੰਥ ਜਿਹੜੀ ਆ ਉਹ ਜ਼ਮੀਨ ਅਲਾਟ ਹੋਈ ਆ। ਸੋ ਇਹਦੇ ਨਾਲ ਬਹੁਤ ਵੱਡਾ ਇੱਕ ਮੈਂ ਸਮਝਦਾ ਪ੍ਰਸ਼ਾਸਕੀ ਸੁਧਾਰ ਕਹਿ ਲਈਏ, ਸੋ ਬਹੁਤ ਵੱਡਾ ਸੁਧਾਰ ਜਿਹੜਾ ਹੋਇਆਗਾ। ਸੋ ਜਿਹੜੀਆਂ ਜ਼ਮੀਨਾਂ ਵਰਤੋਂਯੋਗ ਹੋਣਗੀਆਂ ਉਹ ਇਸ ਸੈਕਟਰ ਦੇ ਅਧੀਨ ਜਿਹੜੀਆਂ ਟਰਾਂਸਫਰ ਹੋ ਜਾਣਗੀਆਂ। ਇਸ ਤੋਂ ਬਿਨਾਂ ਇੱਕ ਹੋਰ ਅਹਿਮ ਫੈਸਲਾ ਜਿਹੜਾ ਕਿ ਪੰਜਾਬ ਦੇ ਅੰਦਰ ਸਾਡੇ ਲੋਕਲ ਬਾਡੀ ਦੇ ਅੰਦਰ ਜਿਹੜੇ ਸਰਕਾਰੀ ਰਾਸਤੇ ਸੀਗੇ, ਜਿਹਨੂੰ ਆਪਾਂ ਖਾਲ ਕਹਿ ਦਿੰਦੇ ਹਾਂ ਜਾਂ ਕੱਚੇ ਰਾਸਤੇ ਕਹਿ ਦਿੰਦੇ ਹਾਂ, ਬਹੁਤ ਸਾਰੇ ਰਾਸਤੇ ਜਿਹੜੇ ਉਹ ਸ਼ਹਿਰਾਂ ਦੇ ਅੰਦਰ ਆ ਜਾਂਦੇ ਸੀਗੇ ਜਾਂ ਜਿਹੜੀਆਂ ਕਲੋਨੀਆਂ ਡਿਵੈਲਪ ਹੁੰਦੀਆਂ ਸੀ ਜਾਂ ਕੋਈ ਪ੍ਰੋਜੈਕਟ ਡਿਵੈਲਪ ਹੁੰਦਾ ਸੀਗਾ, ਸੋ ਉਹਦੇ ਅੰਦਰ ਉਹ ਆ ਜਾਂਦੇ ਸੀ, ਪਰ ਲੇਕਿਨ ਸਟੇਟ ਨੂੰ ਉਹਦਾ कोई भी पैसा नहीं मिलता सीगा। लुधियाना के दोराहा में हुए एनकाउंटर मामले में पुलिस ने लंबे समय से वांछित आरोपी और उसके साथी को गिरफ्तार कर लिया है। पुलिस से मिली जानकारी के अनुसार एसपी पवनजी चौधरी ने बताया कि दोराहा पुलिस आरोपी की तलाश में थी। सूचना मिलने पर पुलिस ने दोराहा से छावनी रोड की ओर स्कॉर्पियो में आ रहे आरोपी को घेर लिया। आरोपी ने भागने की कोशिश में अपनी गाड़ी पुलिस वाहन में मार दी और पुलिस पर गोलियां चला दी। फायरिंग में 2 गोलियां पुलिस वाहन को लगी और 1 गोली एसएचओ आकाश दत्त के सीने पर लगी है, लेकिन उन्होंने बुलेट प्रूफ जैकेट पहन रखी थी, जिस कारण वह बाल बच गए। जवाबी कार्रवाई में मुख्य आरोपी को भी गोली लगी और वह घायल हो गया। इसके बाद पुलिस ने उसे उसके साथी समेत काबू कर लिया है। ਅੱਜ ਸਵੇਰੇ 8:15 ਵਜੇ ਇੱਥੇ ਐਨਕਾਊਂਟਰ ਹੋਇਆ ਐਸਐਚਓ ਦੁਰਾਹਾ, ਜਿਹਦੇ ਕੋਲ ਇਨਫੋਰਮੇਸ਼ਨ ਸੀਗੀ ਸਾਡਾ ਇੱਕ ਮੁਕੱਦਮਾ ਸੀ ਦੁਰਾਹੇ ਦਾ 158/25, ਜਿਹਦੇ ਵਿੱਚ ਇੱਕ ਹਰਸਿਮਰਨ ਸਿੰਘ ਮੰਡ ਇਹਨਾਂ ਨੂੰ ਵਾਂਟਡ ਸੀ। ਉਹਦੇ ਬਾਰੇ ਇਹਨੂੰ ਇਨਫੋਰਮੇਸ਼ਨ ਮਿਲੀ ਸੀ, ਜਿਹਦੇ ਤੇ ਇਹਨਾਂ ਨੇ ਇੰਸਪੈਕਟਰ ਸੀਆਈਏ ਨਾਲ ਤਾਲਮੇਲ ਕਰਕੇ
ਪ੍ਰੋਪਰ ਨਾਕਾਬੰਦੀ ਵਾਸਤੇ ਜਦੋਂ ਇੱਥੇ ਆਏ ਇਹ ਆ ਰਹੇ ਸੀ ਤੇ ਇਹ ਮੋਰੇ ਤੋਂ ਇਹ ਗੱਡੀ ਜਿਹੜੀ ਸਕੋਰਪੀਓ ਹੈ ਵਿਦਆਊਟ ਨੰਬਰੀ, ਇਹਦੇ ਵਿੱਚ 2 ਜਣੇ ਸੀਗੇ, ਉਹ ਹਰਸਿਮਰਨ ਸਿੰਘ ਮੰਡ ਤੇ ਹੁਣ ਦੂਸਰੇ ਦਾ ਨਾਮ ਪਤਾ ਲੱਗਿਆ A1 ਪੰਡਾਲ, A1 ਜੋਤ ਪੰਡਾਲ। ਇਹਨਾਂ ਨੇ ਲਿਆ ਕੇ SHO ਤੇ ਫਾਇਰ ਕੀਤਾ ਔਰ ਗੱਡੀ ਵੀ ਭੰਨ ਦਿੱਤੀ, ਤੁਸੀਂ ਸਾਰਾ ਦੇਖ ਲੋਗੇ। ਤੇ ਜਿਹੜਾ ਉਹ ਤਾਂ BP ਬੁਲਟ ਪ੍ਰੂਫ ਜਾਕਟ ਪਾਈ ਹੋਈ ਸੀ SHO ਸਾਹਿਬ ਦੇ, ਜਿਹੜੀ ਕਿ ਇਹਨਾਂ ਦੀ ਛਾਤੀ ਤੇ ਗੋਲੀ ਲੱਗੀ, ਆ ਦੇਖੋ ਤੁਸੀਂ। ਤੇ ਔਰ ਇਹ ਭੱਜਣ ਲੱਗੇ ਸੀ, ਗੋਲੀ ਮਾਰ ਕੇ ਬਕਾਇਦਾ ਭੱਜਣ ਲੱਗੇ ਸੀ। ਉਹ SHO ਸਾਹਿਬ ਨੇ ਵੀ ਆਪਣਾ ਜਵਾਬੀ ਫਾਇਰ ਕੀਤਾ। ਉਹ ਜਵਾਬੀ ਫਾਇਰ ਕਰਨ ਦੇ ਨਾਲ ਗੱਡੀ ਤੇ ਵੀ ਫਾਇਰ ਲੱਗਿਆ ਤੇ ਪਲੱਸ ਫਿਰ ਉਹਦੀ ਇੱਕ ਲੱਤ 'ਚ ਫਾਇਰ ਲੱਗਿਆ, ਜਿਹੜਾ ਮੰਡ ਹੈ ਹਰਸਿਮਰਨ ਮੰਡ, ਤੇ ਜਿਹਨੂੰ ਮੌਕੇ ਤੇ ਹੀ ਫਿਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ कर लिया। संगरूर लोकसभा सांसद गुरमीत सिंह मीत हेयर और मुख्यमंत्री पंजाब के OSD सुखवीर सिंह ने धुरी विधानसभा क्षेत्र के गांव बरवाल में 12 करोड़ 27 लाख रुपए की लागत से बनने वाली सरकारी ITI की नई इमारत के निर्माण कार्य का उद्घाटन किया है। इस दौरान 3 करोड़ रुपए से चल रहे रेनोवेशन कार्य का भी जायजा लिया गया। मीत हेयर ने कहा कि युवाओं को आधुनिक वोकेशनल कोर्स करवाकर समय के अनुसार तैयार किया जाएगा। सुखवीर सिंह ने बताया कि नए कोर्स शुरू होने से ITI में 450 युवाओं को ट्रेनिंग मिलेगी, जिससे क्षेत्र के आर्थिक विकास को बढ़ावा मिलेगा। देखो जी, पहला तो मैं कहूँगा कि मुख्यमंत्री साहब वालों को धूरी शहर अंदर नहीं, पूरे पंजाब दे अंदर विकास कारजां दी जिहड़ी झड़ी है वो लिआंदी हुई है। ते जिथे अज 80 लाख रुपए का इत्थे जिहड़ा इंटरलॉक टाइल ते सीवरेज का जिहड़ा नींह पत्थर रखा गया। इस तो पहला ITI है जिहड़ी उत्थे तकरीबन 12.25 करोड़ की लागत दे नाल जिहड़ा नवीं बिल्डिंग का नींह पत्थर रखा गया ते जिहदे च 7 नवे कोर्स जिन्हां दी शुरुआत होनी है। सो केवल यही नहीं, मैं क्योंकि उत्थे भी जदों भाषण दे रहा सी मैं जिक्र किया कि साडे जे मैं बरनाले जिले की गल करां, इत्थे तां मैनूं लगदा उस तो भी वध होना। मेरी सुरत असैंबली नूं जिन्ना टाइम हो गया तो उस तो पहला भी मैं बड़े पुराने राजनीतिक लोगों नूं पुछण दी कोशिश की, कदे मैनूं लगदा भी इकट्ठे सड़कों के लिए, खास तौर पर पेंडू सड़कों के लिए कदे किसी जिले लिए 20-25 करोड़ रुपए तो वध नहीं आया होना। पंजाब सरकार द्वारा युद्ध नशे के विरुद्ध अभियान के तहत नशा तस्करों और नशा बेचने वालों पर सख्त कार्रवाई लगातार जारी है। इसी कड़ी में सरकार द्वारा नशा कारोबार से जुड़े लोगों के अवैध रूप से बने मकानों पर पीला पंजा चलाया जा रहा है। आज लुधियाना के आत्मनगर से विधायक कुलवंत सिद्धू ने एक प्रेस कॉन्फ्रेंस कर इस संबंध में जानकारी दी है। उन्होंने बताया कि नशे के खिलाफ सरकार 0 टॉलरेंस की नीति पर काम कर रही है। विधायक ने कहा कि नशा समाज के लिए घातक है और इसे जड़ से खत्म करने के लिए प्रशासन पूरी तरह प्रतिबद्ध है। साहब की सरकार पहली सरकार है जिन्होंने पंजाब के जिहड़े भखदे मसले ने, जिवें नशे की है, उस तो बाद गैंगस्टर की बात है, जिहदे विच हज़ारां लोगों तो इन्हां ने गैंगस्टरां ने जिहड़ा उन्हां दे खून पसीने की जिहड़ी कमाई है उन्हां नूं लुटदे ने डरा धमका के। पर मैं उन्हां नूं ताड़ना करना चाहुंदा कि जिन्ना तुसीं पैसा लुटना सी लुट लिया, जिन्ने कि नौजवान धीआं भैणां दे सुहाग जालने सी उजाड़ लए। हुण किसी भी गैंगस्टर नूं जिहड़ा पंजाब दे विच किसी नूं मारन दी ਜਾਂ ਲੁੱਟਣ ਦੀ ਜਿਹੜੀ ਆਗਿਆ ਨਹੀਂ ਦਿੱਤੀ ਜਾਊ। ਹਰਿਆਣਾ ਨਹੀਂ, ਪੂਰੇ ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਰਿਜ਼ਲਟ ਦੇਖਣ ਨੂੰ ਮਿਲੂਗਾ। ਕੱਲ ਰਾਤ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਗੈਂਗਸਟਰਾਂ ਦੇ ਪਨਾਹਗਾਰ ਸੀ, ਚਾਹੇ ਕੋਈ ਕਿਸੇ ਵੀ ਪਾਰਟੀ ਦਾ ਹੋਵੇ, ਇਹਦੇ ਵਿੱਚ ਕੋਈ ਪਾਰਟੀ ਦੀ ਗੱਲ ਨਹੀਂ, ਕਿਸੇ ਵਰਗ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਉਹਨਾਂ ਨੂੰ ਰਾਤ ਪੁਲਿਸ ਨੇ ਚੁੱਕਿਆ। ਕਿਉਂਕਿ ਕੱਲ DGP ਸਾਹਿਬ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਤਾੜਨਾ ਕਰੀ ਸੀ। ਮਾਨ ਸਾਹਿਬ ਦੀ ਸਰਕਾਰ ਪਹਿਲੀ। पंजाब को गैंगस्टर फ्री बनाने के अभियान के तहत अमृतसर पुलिस को बड़ी सफलता हाथ लगी है। खुफिया सूचना के आधार पर हुए एनकाउंटर में कुख्यात गैंगस्टर मनी प्रिंस उर्फ मनी सूरमा मारा गया है। अमृतसर बॉर्डर रेंज के DIG संदीप गोयल ने प्रेस कॉन्फ्रेंस में बताया कि आरोपी ने पुलिस टीम पर विदेशी पिस्टल से फायरिंग की, जिसमें सब इंस्पेक्टर की जान बुलेट प्रूफ जैकेट से बच गई। वहीं जवाबी कार्रवाई में गैंगस्टर घायल हुआ और अस्पताल में मृत घोषित किया गया है। DIG ने स्पष्ट किया कि अपराधियों के खिलाफ सख्त कार्रवाई जारी रहेगी। साडे DGP साहब ने जिहड़ी अज गैंगस्टर नूं खत्म करन लई जिहड़ी मुहिम विंडी है, उस दे विच असीं पंजाब पुलिस वचनबंद है
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਨਿਜਾਤ ਪਾਉਣ ਲਈ ਪੰਜਾਬ ਪੁਲਿਸ ਤਤਪਰ ਤਿਆਰ ਹੈ। ਉਸੇ ਦੀ ਲੜੀ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਅੱਜ ਇੱਕ ਕੁਖਿਆਤ ਗੈਂਗਸਟਰ ਨਾਲ ਜਿਹਦੇ ਚ ਮੁਕਾਬਲਾ ਹੋਇਆ, ਜਿਹਦੇ ਵਿੱਚ ਜਿਹੜਾ ਕੁਖਿਆਤ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀ ਸੂਰਮਾ ਜਿਹੜਾ ਢੇਰ ਹੋਇਆ। ਇਹ ਜਿਹੜਾ ਮਨੀ ਸੂਰਮਾ, ਜਿਹੜਾ ਮਨੀ ਪ੍ਰਿੰਸ ਹੈ, ਇਹ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ। ਇਸ ਦੇ ਵਿਰੁੱਧ ਤਕਰੀਬਨ 50 ਦੇ ਕਰੀਬ ਕ੍ਰਿਮੀਨਲ ਕੇਸਿਸ ਦਰਜ ਨੇ। 5-6 ਕੇਸਾਂ ਦੇ ਵਿੱਚ ਇਹ ਆਲਰੇਡੀ ਸਜ਼ਾ ਯਾਫਤਾ ਹੈ ਤੇ 4-5 ਕੇਸਾਂ ਦੇ ਵਿੱਚ ਇਹ ਤਰਨਤਾਰਨ ਪੁਲਿਸ ਨੂੰ ਲੋੜੀਂਦਾ ਸੀ। ਜਿਵੇਂ ਕਿ ਪਹਿਲਾਂ ਵੀ ਇਸ ਸੰਬੰਧ ਵਿੱਚ ਅਸੀਂ ਇੱਕ राज्य में नशे के खात्मे के लिए शुरू की गई मुहिम युद्ध नशे के विरुद्ध के 325वें दिन पंजाब पुलिस ने आज 369 स्थानों पर छापेमारी की, जिसके बाद राज्य भर में 49 FIR दर्ज करके 76 नशा तस्करों को गिरफ्तार किया गया है। इससे 325 दिनों में गिरफ्तार किए गए कुल नशा तस्करों की संख्या 45,403 हो गई है। युद्ध नशा विरुद्ध ਜਿਹੜਾ ਅਭਿਆਨ ਸ਼ੁਰੂ ਕੀਤਾ ਸੀ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਕ ਬਹੁਤ ਕਾਮਯਾਬ ਤੇ ਇਫੈਕਟਿਵ ਕੈਂਪੇਨ ਡਰੱਗ ਟ੍ਰੈਫਿਕਿੰਗ ਦੇ ਅਗੇਂਸਟ ਕੀਤਾ ਗਿਆ, ਜਿਹੜਾ ਇਹ ਹੋਲ ਆਫ ਦੀ ਗਵਰਨਮੈਂਟ ਅਪਰੋਚ ਜਿਸ ਦੇ ਵਿੱਚ ਸੀਗੀ। ਤੇ ਐਨਫੋਰਸਮੈਂਟ ਸਾਈਟ ਤੇ ਹੁਣ ਤੱਕ 31,527 FIR ਦਰਜ ਹੋ ਚੁੱਕੀ ਹੈ। 45,251 ਮੁਲਜ਼ਮ ਇਹਦੇ ਵਿੱਚ ਅਰੈਸਟ ਹੋਏ ਹੈਗੇ। ਤੇ ਇਸ ਦਾ ਇੰਪੈਕਟ ਜਿਹੜਾ ਇੱਕ ਮੇਜਰ ਡੀਗ੍ਰੇਡੇਸ਼ਨ ਜਿਹੜੇ ਡਰੱਗ ਟ੍ਰੈਫਿਕਿੰਗ ਨੈਟਵਰਕਸ ਦਾ ਹੋਇਆ ਹੈਗਾ, ਤੇ ਇਸ ਤੋਂ ਨਾਲ ਹੀ ਨਾਲ ਕਾਫੀ ਜਿਹੜਾ ਹੈਗਾ ਡਰੱਗ ਦੀ ਸਪਲਾਈ ਦਾ ਫਰਕ ਪਿਆ ਹੈਗਾ ਗਰਾਊਂਡ ਲੈਵਲ ਤੇ। ਪੰਜਾਬ ਸਰਕਾਰ ਦੀ ਪ੍ਰਾਇੋਰਟੀ ਨਸ਼ਿਆਂ ਦੇ ਨਾਲ ਨਾਲ ਗੈਂਗਸਟਰਿਜ਼ਮ ਵੀ ਇੱਕ ਟੌਪ ਪ੍ਰਾਇੋਰਟੀ ਰਹੀ ਹੈਗੀ, ਤੇ ਪੰਜਾਬ ਸਰਕਾਰ ਦੀ CM ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਸ਼ੁਰੂ ਤੋਂ ਰਹੀ ਹੈ। ਤੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕੰਸਰਟਡ ਐਕਸ਼ਨ ਜਿਹੜਾ ਗੈਂਗਸਟਰਸ ਦੇ ਖਿਲਾਫ ਹੋਇਆ ਹੈ। ਜਿਵੇਂ ਈਅਰ ਅੰਡਰ PC 'ਚ ਮੈਨੂੰ ਯਾਦ ਹੈ ਅਸੀਂ ਦੱਸਿਆ ਸੀ 992 ਗੈਂਗਸਟਰ ਅਸੀਂ 2025 ਵਿੱਚ ਅਰੈਸਟ ਕੀਤੇ ਸੀਗੇ। चंडीगढ़ में पत्रकारों से बातचीत करते हुए पंजाब कांग्रेस अध्यक्ष अमरिंदर सिंह राजा वड़िंग ने कहा कि प्रदेश कांग्रेस में किसी तरह की गुटबाजी नहीं है और पार्टी पूरी तरह एकजुट है। उन्होंने स्पष्ट किया कि कांग्रेस बीजेपी के विपरीत जाति या धर्म के आधार पर लोगों को बांटने की राजनीति नहीं करती। वड़िंग ने कहा कि पंजाब की राजनीति कभी भी जाति या संप्रदाय पर आधारित नहीं रही है। SC उम्मीदवारों को लेकर उन्होंने कहा कि भले ही 34 सीटें आरक्षित हो, लेकिन यदि अधिक योग्य SC उम्मीदवार हो तो उन्हें भी टिकट दिए जाएंगे। पूर्व मुख्यमंत्री चरणजीत सिंह चन्नी की हालिया टिप्पणियों पर वड़िंग ने टिप्पणी से इनकार किया, लेकिन याद दिलाया कि 2021 में पार्टी ने सर्वसम्मति से चन्नी को मुख्यमंत्री बनाया था। टिप्पणी नहीं करांगा। गल ये आ कि चन्नी साहब के बयान ते मैं टिप्पणी नहीं करांगा, क्योंकि इस तरह के जिहड़े मामले है ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣੀ ਟਿੱਪਣੀ ਨਹੀਂ ਦਿੰਦਾ, ਉਹ ਪਾਰਟੀ ਪਲੇਟਫਾਰਮ ਤੇ ਦਿੰਦਾ। ਲੇਕਿਨ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ, ਕੇਵਲ ਹਿੰਦੁਸਤਾਨ 'ਚ ਇੱਕ ਹੀ ਸੂਬਾ ਹੈ ਜਿੱਥੇ ਸਾਂਝੀ ਵਾਰਤਾ ਦਾ ਪ੍ਰਤੀਕ ਹੈਗਾ, ਇਹ ਸੂਬਾ ਪੰਜਾਬ, ਜਿੱਥੇ ਮਾਨਸ ਕੀ ਜਾਤ ਸਭੇ ਏਕ ਪਹਿਚਾਨ वो ਸਾਡੇ ਗੁਰੂਆਂ ਨੇ ਸਾਨੂੰ एक फरमान दिता सी। जी गल आ कि फिलहाल मेरे साथ इस बुलेटिन में इतना ही। बाकी देश और दुनिया की तमाम खबरों के लिए देखते रहिए इंडिया वॉइस। इंडिया वॉइस, आपकी सोच, आपकी आवाज।